सो गुड मॉर्निंग। सो अपना डाइवर्जिंग वाला हो गया सी। ਹੁਣ ਆਪਾਂ ਕਰਦੇ ਹਾਂ assimilating. People of this kind of learning style prefer good, clear information. They can logically format the given information and explore analytical models. ਇਹਦੇ ਵਿੱਚ ਉਹ ਕੀ ਕਹਿਣਾ ਚਾਹ ਰਹੇ ਨੇ ਕਿ ਜੋ ਲਰਨਿੰਗ ਸਟਾਈਲ ਹੈ ਇਹਦੇ ਵਿੱਚ ਉਹ ਕਲੀਅਰ ਇਨਫੋਰਮੇਸ਼ਨ ਜਿਹੜੀ ਉਹਨਾਂ ਨੂੰ ਮਿਲਦੀ ਹੈ ਜਾਂ ਕਿਤੋਂ ਵੀ ਠੀਕ ਹੈ ਉਹ ਲੈਂਦੇ ਨੇ ਤਾਂ ਉਹ ਚਾਹੁੰਦੇ ਨੇ ਸਾਨੂੰ ਇਹ ਪੂਰੀ ਦੀ ਪੂਰੀ ਅੰਡਰਸਟੈਂਡ ਹੋ ਜੇ। ਠੀਕ ਹੈ, ਦੇ ਕੈਨ ਲੌਜੀਕਲੀ ਫੋਰਮੈਟ ਦੀ ਗਿਵਨ ਇਨਫੋ, ਫਿਰ ਉਸ ਨੂੰ ਲੌਜੀਕਲੀ ਇੰਟਰਪ੍ਰੈਟ ਕਰਦੇ ਨੇ ਮਾਈਂਡ ਦੇ ਵਿੱਚ ਐਂਡ ਐਕਸਪਲੋਰ ਕਰਦੇ ਨੇ ਐਨਾਲੀਟੀਕਲ ਮੋਡਲਸ ਨੂੰ। ਰਾਈਟ, ਕੀ ਹੋਇਆ ਕੀ ਨਹੀਂ ਹੋਇਆ ਉਹ ਸਾਰੇ ਮਤਲਬ ਐਨਾਲੀਟੀਕਲੀ ਲਿਖਦੇ ਨੇ। ਦੇ ਆਰ ਮੋਰ ਇੰਟਰਸਟਿਡ ਇਨ ਕੰਸੈਪਟਸ ਦੇ ਵਿੱਚ ਮੋਰ ਇੰਟਰਸਟ ਹੁੰਦਾ ਐਬਸਟਰੈਕਟਸ ਦੈਨ ਇਨ ਪੀਪਲ, ਮਤਲਬ ਮਾਈਂਡ ਦੇ ਲੈਵਲ 'ਤੇ ਹੁੰਦੀ ਹੈ ਪੀਪਲ ਦੇ ਵਿੱਚ। ਠੀਕ ਹੈ, ਸੋ ਰਿਫਲੈਕਟਿਵ ਓਬਜ਼ਰਵੇਸ਼ਨ ਦੇ ਵਿੱਚ ਆਉਂਦਾ ਵਾ ਕਿਉਂਕਿ ਕੋਈ ਵੀ ਗੱਲ ਉਹਨਾਂ ਨੇ ਲਈ, ਠੀਕ ਹੈ, ਕੁਛ ਵੀ ਇਹ ਸਪੋਜ਼ ਇੱਕ ਬੱਚਾ ਹੈ, ਬੱਚੇ ਨੇ ਕੁਛ ਸਿੱਖਿਆ, ਇਮੀਟੇਸ਼ਨ ਕੀਤੀ, ਠੀਕ ਹੈ, ਮਤਲਬ ਇਮੀਟੇਸ਼ਨ ਕਹਿੰਦਾ ਨਕਲ ਉਤਾਰਨਾ, ਅਤੇ ਉਹਨੇ ਰਿਫਲੈਕਟ ਕੀਤਾ ਨਾ, ਰਿਐਕਸ਼ਨ ਦਿੱਤੀ ਉਸ ਚੀਜ਼ ਦੀ। ਸੋ ਅੱਗੇ ਆ ਜਾਂਦਾ ਕਨਵਰਜਿੰਗ ਟਾਈਪ ਆਫ ਲਰਨਰਸ ਸੋਲਵ ਪ੍ਰੋਬਲਮਸ। ਉਹ ਐਨਾਲੀਟੀਕਲ ਹੁੰਦੇ ਨੇ। ਇਹ ਇਹਨਾਂ ਦੇ ਵਿੱਚ ਕੀ ਹੁੰਦਾ ਵਾ ਕਿ ਪ੍ਰੋਬਲਮਸ ਨੂੰ ਸੋਲਵ ਕਰਦੇ ਨੇ। ਦੇ ਅਪਲਾਈ ਦੇਅਰ ਲਰਨਿੰਗ ਟੂ ਪ੍ਰੈਕਟੀਕਲ ਚੀਜ਼ਾਂ ਸੋਲਵ ਕਰਦੇ ਨੇ ਕਨਵਰਜਿੰਗ 'ਚ। ਦੇ ਪ੍ਰੈਫਰ ਟੈਕਨੀਕਲ ਟਾਸਕਸ ਐਂਡ ਦੇ ਐਕਸਪੈਰੀਮੈਂਟ ਵਿਦ ਨਿਊ ਆਈਡੀਆਜ਼। ਨਿਊ ਉਹਨਾਂ ਦੇ ਵਿੱਚ ਆਈਡੀਆਜ਼ ਆਉਂਦੇ ਨੇ, ਉਹਨਾਂ ਨੂੰ ਐਕਸਪੈਰੀਮੈਂਟ ਕਰਦੇ ਨੇ। ਦੇ ਟੈਂਡ ਟੂ ਬੀ ਅਨਇਮੋਸ਼ਨਲ। ਠੀਕ ਹੈ, ਉਹ ਚਾਹੁੰਦੇ ਨੇ ਕਿ ਅਸੀਂ ਅਨਇਮੋਸ਼ਨਲ ਹੋ ਜਾਈਏ। ਠੀਕ ਹੈ, ਐਂ ਦਿਖਾਉਂਦੇ ਹੈ ਕਿ ਸਾਡੇ ਵਿੱਚ ਇਮੋਸ਼ਨਸ ਹੀ ਹੈ ਨਹੀਂ, ਬਟ ਹੁੰਦੇ ਨਹੀਂ। ਦ ਲਰਨਿੰਗ ਕਰੈਕਟਰਿਸਟਿਕਸ ਆਰ ਐਬਸਟਰੈਕਟ ਕੰਸੈਪਚੁਲਾਈਜੇਸ਼ਨ। ਠੀਕ ਹੈ, ਮੀਨਸ ਜੋ ਵੀ ਬੇਸ ਹੁੰਦਾ ਰਿਐਲਿਟੀ ਦੇ ਬੇਸ ਨਹੀਂ ਹੁੰਦਾ, ਮਾਈਂਡ 'ਤੇ ਬੇਸ ਹੁੰਦਾ, ਕਿਉਂਕਿ ਉਹਨਾਂ ਨੇ ਵੱਡੀਆਂ ਪ੍ਰੋਬਲਮ ਸੋਲਵ ਕਰਨੀਆਂ ਹੁੰਦੀਆਂ। ਵੱਡੀਆਂ ਪ੍ਰੋਬਲਮ ਸੋਲਵ ਕਰਨੀਆਂ ਜਿਵੇਂ ਹੁਣ ਕੋਈ ਬੱਚਾ ਬਣਨਾ ਚਾਹੁੰਦਾ, IAS ਬਣਨਾ ਚਾਹੁੰਦਾ, ਜੋ ਗਰੁੱਪ ਦੇ ਵਿੱਚ ਲੀਡਰ ਹੈ, ਬੇਸਿਕਲੀ ਉਹਦਾ ਵੱਡੀ ਗੱਲ ਨੂੰ ਇਕੱਲੇ ਬਹਿ ਕੇ ਜਦੋਂ ਉਹ ਸੋਚਦਾ ਕਿ ਹੋਇਆ ਕੀ, ਫਿਰ ਮਾਈਂਡ ਦੇ ਲੈਵਲ 'ਤੇ ਦਿਮਾਗ ਲੱਗਦਾ ਹੁੰਦਾ, ਕੋਈ ਨਾ ਕੋਈ ਸਲਿਊਸ਼ਨ ਕੱਢਦਾ, ਉਹ ਚੀਜ਼ ਆਉਂਦੀ ਹੈ ਆਪਣੀ ਕਨਵਰਜਿੰਗ ਦੇ ਵਿੱਚ। ਠੀਕ ਹੈ, ਕਿਉਂਕਿ ਉਹ ਐਬਸਟਰੈਕਟ ਸੀ ਤਾਂ ਇਹ ਉਹ ਕੰਕਰੀਟ ਸੀ, ਇਹ ਐਬਸਟਰੈਕਟ ਹੈ। ਡਾਈਵਰਜਿੰਗ ਇਜ਼ कंक्रीट एंड कन्वर्जिंग इज एब्स्ट्रैक्ट कंसेप्चुलाइजेशन। इतना क्लियर हो गया। ठीक है, अब जाते हैं अकोमोडेशन की ओर। अकोमोडेशन वर्ड ही डिनोट करी जाता है। अकोमोडेशन का मतलब होता है ग्रहण करना, कोई चीज़ नहीं ग्रहण करना, इकट्ठा करना। इंडिविजुअल्स विद दिस काइंड ऑफ लर्निंग स्टाइल प्रेफर टू डू थिंग्स प्रैक्टिकली। दे आर अट्रैक्टेड टू न्यू चैलेंजेस। ठीक है, वो अट्रैक्ट करते हैं न्यू चैलेंजेस ਨੂੰ ਐਂਡ ਦੇ ਆਰ ਅਟਰੈਕਟਿਡ ਟੂ ਨਿਊ। ਉਹੀ ਗੱਲ ਹੋ ਗਈ। ਠੀਕ ਹੈ, ਜਦੋਂ ਉਹਨਾਂ ਨੂੰ ਪ੍ਰੈਕਟੀਕਲੀ ਚੀਜ਼ਾਂ ਮਿਲਦੀਆਂ ਕਰਨ ਵਾਸਤੇ, ਐਕਸਪੈਰੀਮੈਂਟ ਕਰਨ ਨੂੰ ਮਿਲਦੇ ਨੇ, ਨਿਊ ਚੈਲੰਜਿਸ 'ਚੋਂ ਐਡਵੈਂਚਰਸ 'ਚੋਂ ਗੁਜ਼ਰਦੇ ਨੇ, ਤਾਂ ਜਿਹੜੀਆਂ ਉਹਨਾਂ ਦੀ ਪ੍ਰੋਬਲਮਸ ਹੁੰਦੀਆਂ ਨੇ ਉਹ ਸੋਲਵ ਹੋ ਜਾਂਦੀਆਂ ਨੇ। ਠੀਕ ਹੈ, ਇੰਟਿਊਸ਼ਨਸ ਦੇ ਬੇਸ 'ਤੇ। The learning characteristics are concrete experience and active experimentation। ਕੀ ਹੁੰਦੀ ਹੈ ਇਹ ਕਿ ਇੱਕ ਤਾਂ concrete experience ਹੁੰਦਾ ਕਿ active experimentation ਹੁੰਦੀ ਹੈ ਇਹਨਾਂ ਦੀ। concrete ਕਿਵੇਂ? concrete ਕੀ ਹੁੰਦਾ ਕਿ ਰਿਐਲਿਟੀ ਦੇ ਬੇਸ 'ਤੇ, ਠੀਕ ਹੈ, ਇੰਟਿਊਟਿਵਲੀ ਮਾਈਂਡ ਲਗਾ ਕੇ ਸੋਲਵ ਕਰਨੀ ਪ੍ਰੋਬਲਮਸ ਉਹ ਆ ਜਾਂਦੀ ਹੈ ਜਦੋਂ ਉਹਨਾਂ ਨੂੰ ਕੋਈ ਰਿਐਲਿਟੀ ਦੇ ਵਿੱਚ ਕੋਈ ਐਡਵੈਂਚਰਸ 'ਚੋਂ ਗੁਜ਼ਰਨਾ ਪੈਂਦਾ। ਠੀਕ ਹੈ, ਉਦੋਂ ਇਸ ਤਰੀਕੇ ਨਾਲ ਉਹਨਾਂ ਦੀ ਐਕਸਪੈਰੀਮੈਂਟਲ ਲਰਨਿੰਗ ਹੁੰਦੀ ਹੈ ਬੱਚਿਆਂ ਦੀ, ਕਿਸੇ ਵੀ ਲਰਨਰ ਦੀ। Fluid and crystallized theory of intelligence was given by Cattell। Unifactor theory of intelligence was given by Binet।
ठीक है। इंट्रैक्शन एनालिसिस मॉडल वॉज गिवन बाय फ्लैंडर, चाइल्ड एप्रिसिएशन टेस्ट वॉज गिवन बाय वर्डवर्थ, ठीक है। वे वी Vicarious learning was given by Bandura, who created aptitude test. Aptitude test was created by Francis Bacon. So meaningful verbal learning was given by Ansu Bell, ठीक है। Cognitive theory of multimedia learning was given by Mayer. The experimental learning style theory put forth by Kolb. Which one is not a step in experimental learning? Construction of knowledge. ठीक है। ਕਿਹੜਾ ਸਟੈਪ ਹੈ ਜਿਹੜਾ ਕਿ ਐਕਸਪੈਰੀਮੈਂਟਲ ਲਰਨਿੰਗ 'ਚ ਕੀ ਨਹੀਂ ਆਉਂਦਾ ਜਿਹੜਾ ਸੈਂਸਿੰਗ ਦਾ ਪ੍ਰੋਬਲਮ ਉਹ ਤਾਂ ਆਉਂਦਾ ਹੀ ਹੈ, ਅਤੇ ਜੇ ਸੈਂਸ ਕਰੂਗਾ ਤਾਂ ਸੋਲਵ ਕਰੂਗਾ ਪ੍ਰੋਬਲਮ, ਸੈਂਸ ਕਰਕੇ ਸੋਲਵ ਕਰ ਸਕਦਾ। ਡਿਫਾਈਨਿੰਗ ਦਾ ਪ੍ਰੋਬਲਮ ਡਿਫਾਈਨ ਵੀ ਕਰਦਾ ਵਾ, ਡਰਾਇੰਗ ਕਨਕਲੂਜਨ ਉਹ ਵੀ ਕਰਦਾ, ਆਪਾਂ ਵੇਖਿਆ, ਠੀਕ ਹੈ। ਡਿਫਾਈਨਿੰਗ ਦਾ ਪ੍ਰੋਬਲਮ ਡਿਫਾਈਨ ਕਰਦੇ ਆ ਨਾ। ਕੰਕਰੀਟ ਲਰਨਿੰਗ ਦੇ ਵਿੱਚ ਪੂਰੀ ਉਹਨਾਂ ਦੇ ਸਾਹਮਣੇ ਰਿਐਲਿਟੀ ਆ ਗਈ, ਐਬਸਟਰੈਕਟ ਦੇ ਵਿੱਚ ਵੀ ਉਹ ਮਾਈਂਡ ਦੇ ਲੈਵਲ 'ਤੇ ਕ੍ਰੀਏਟ ਕਰਕੇ ਫਿਰ ਸੋਲਵ ਕਰਦਾ, ਠੀਕ ਹੈ। ਡਰਾਇੰਗ ਕਨਕਲੂਜਨ ਫਿਰ ਸੋਲਵ ਕਰਦਾ ਨਾ। ਕੰਸਟਰਕਸ਼ਨ ਆਫ ਨੌਲੇਜ, ਕੰਸਟਰਕਸ਼ਨ ਆਪਣੇ ਕੋਈ ਨੌਲੇਜ ਨੂੰ ਕੰਸਟਰਕਟ ਕਰਦਾ ਨਹੀਂ, ਕੋਈ ਨੌਲੇਜ ਨਹੀਂ ਕੰਸਟਰਕਟ ਕਰਦਾ, ਆਪਦੇ ਆਪ ਤੱਕ ਨੌਲੇਜ ਨਹੀਂ ਨਾ ਕੰਸਟਰਕਟ ਕਰਦਾ, ਠੀਕ ਹੈ। ਵਿਦ ਉਹ ਇਹਦੇ ਅੰਡਰ ਨਹੀਂ ਆਉਂਦਾ, ਸਟੈਪ ਨਹੀਂ ਆਉਂਦਾ ਆਹ ਵਾਲਾ ਕੰਸਟਰਕਸ਼ਨ ਆਫ ਨੌਲੇਜ ਕੀ ਕੋਈ ਨੌਲੇਜ ਕੰਸਟਰਕਟ ਕਰਨੀ ਹੈ ਕੋਲਬ ਦੇ ਵਿੱਚ ਜਾਂ ਐਕਸਪੈਰੀਮੈਂਟਲ ਲਰਨਿੰਗ ਦੇ ਵਿੱਚ, ਠੀਕ ਹੈ। So which of the following is the initial stage of experimental learning cycle? Generalizing, experiencing, processing, publishing. ਇਹਨਾਂ ਵਿੱਚੋਂ ਕਿਹੜਾ ਇਨੀਸ਼ੀਅਲ ਸਟੈਪ ਐਕਸਪੈਰੀਮੈਂਟਲ ਲਰਨਿੰਗ ਸਾਈਕਲ ਦੇ ਵਿੱਚ ਐਕਸਪੀਰੀਐਂਸਿੰਗ ਕੀ ਐਕਸਪੀਰੀਐਂਸ ਕਰਨਾ ਕਿਸੇ ਚੀਜ਼ ਨੂੰ, ਠੀਕ ਹੈ। ਲੈਟ ਮੀ ਚੈੱਕ ਜੇ ਹੋਰ ਕੁਐਸਚਨ। सो फोर्थ क्वेश्चन आ गया अपना, विच अप्रोच टू लर्निंग engages participants in activity leads them to reflect on the activity critically and obtain useful insight and learning, ठीक है। पहला आ गया एक्सपेरिमेंटल लर्निंग, ठीक है। एक्सपैरीमेंटली किसी गल नूं लर्न किया, ठीक है। Dash learning is an approach to learning in which participants engage in an activity, reflect on the activity critically, and obtain useful insight and learning. On the second केड़ा वे experiential learning, experimental learning, experience नाल लर्न करना, उस learning नूं ਉਹ approach ਕਹਿੰਦੇ ਨੇ ਜਾਂ ਉਹ ਵਾਲੀ ਲਰਨਿੰਗ ਕਹਿੰਦੇ ਨੇ ਜਿਹਦੇ ਵਿੱਚ ਪਾਰਟੀਸਪੇਟਸ ਇੰਗੇਜ ਹੁੰਦੇ ਨੇ ਐਕਟੀਵਿਟੀ ਦੇ ਵਿੱਚ, ਰਿਫਲੈਕਟ ਕਰਦੇ ਨੇ ਐਕਟੀਵਿਟੀ ਨੂੰ ਕ੍ਰਿਟੀਕਲੀ ਕਰਨ ਦੇ ਲਈ, ਓਬਟੇਨ ਯੂਜ਼ਫੁਲ ਇਨਸਾਈਟ ਐਂਡ ਲਰਨਿੰਗ, ਉਹ ਯੂਜ਼ਫੁਲ ਇਨਸਾਈਟ ਦੇਖਦੇ ਨੇ ਅਤੇ ਲਰਨ ਕਰਦੇ ਨੇ, ਠੀਕ ਹੈ। The cone of experience is developed by Edgar Dale is related to appropriate use of teaching. ਮਤਲਬ ਐਡਗਰ ਡੇਲ ਦਾ ਆਪਾਂ ਕੌਣ ਪੜ੍ਹਿਆ ਸੀ ਨਾ, ਇੰਨਾ ਵੱਡਾ ਸੀਗਾ, ਉਹਦੇ ਵਿੱਚ ਇਹੀ ਦੱਸਿਆ ਕਿ ਐਪਰੋਪ੍ਰੀਏਟ ਯੂਜ਼ ਆਫ ਟੀਚਿੰਗ ਜਿਹੜਾ ਹੋਣਾ ਚਾਹੀਦਾ, ਇਸ ਗੱਲ ਨਾਲ ਉਹ ਰਿਲੇਟ ਕਰਦੇ। ਜੋਮੈਟ੍ਰਿਕਲ ਮੇਜਰਮੈਂਟ ਦਾ ਕੁਛ ਨਹੀਂ ਲੈਣਾ ਦੇਣਾ, ਕਰਿਕੂਲਰ ਐਕਟੀਵਿਟੀਜ਼ ਨਾਲ ਕੁਛ ਨਹੀਂ ਹੈ ਉਹਨਾਂ ਦਾ ਰਿਲੇਸ਼ਨ, ਲੈਬੋਰਟਰੀ ਕੰਸਟਰਕਸ਼ਨ ਨਾਲ ਉਹਨਾਂ ਦਾ ਕੁਛ ਨਹੀਂ ਹੈ, ਬਟ ਟੀਚਿੰਗ ਏਡਸ ਨੂੰ ਕਿਸ ਤਰੀਕੇ ਨਾਲ ਯੂਜ਼ ਕਰਨਾ ਇਹਦੇ ਨਾਲ ਬਹੁਤ ਵੱਡਾ ਰੋਲ ਪਲੇ ਕਰਦੇ ਆ, ਠੀਕ ਹੈ। ਇਸ ਚੀਜ਼ ਦਾ ਇਹ ਚੀਜ਼ ਦਾ ਰਿਲੇਸ਼ਨ ਹੈ ਐਡਗਰ ਡੇਲ ਦੀ ਐਕਸਪੈਰੀਮੈਂਟਲ ਲਰਨਿੰਗ मॉडल ना, ठीक है। कौन ऑफ एक्सपीरियंस इज रिलेटेड टू टीचिंग लर्निंग वाज सजेस्टेड बाय एडगर डेल, ठीक है। अपन पता है, अपन पहले पढ़े हैं। विच इज़ द हाइएस्ट एक्सपीरियंस इन एडगर डेल्स क्लासिफिकेशन ऑफ ऑडियो विजुअल एड्स थ्रू कौन ऑफ एक्सपीरियंस, केड़ा क्लासिफिकेशन का सब तो बड़ा एक्सपीरियंस रहा है डायरैक्ट परपसफुल एक्सपीरियंस, कि डायरैक्टली टीचर को पता है कि मैं की समझाना, मैं डायरैक्ट बच्चों ही समझाता कि मैं क्लास वो जो बच्चे समझते हैं डायरैक्टली टीचर तो उसनों कहते हैं डायरैक्ट परपसफुल एक्सपीरियंस। सो विच ऑफ द फॉलोइंग लर्निंग एक्सपीरियंसिस इज द मोस्ट इफेक्टिव वे ऑफ रिटेंशन इन विच आ जाता एक्सपैरीमेंटल प्रोजेक्ट्स, ठीक है।
So which one is the correct descending order according to Dale's cone of experience? A verbal symbol, ਵਿਜ਼ੂਅਲ ਸਿੰਬਲ, ਦੇਖਣ ਵਾਲੇ, ਸਟਿਲ ਪਿਕਚਰ, ਮੋਸ਼ਨ ਪਿਕਚਰ, ਇਹ ਸਾਰੇ ਅੰਡਰ ਆ ਜਾਂਦੇ ਨੇ ਡੇਲਸ ਕੋਨ ਆਫ ਐਕਸਪੀਰੀਅੰਸ ਦੇ। ਠੀਕ ਹੈ, ਕਿਸ ਕਰਮ ਦੇ ਵਿੱਚ ਆਣੇ ਉਹ ਦੇਖਿਓ, ਕਿਸ ਆਰਡਰ ਵਿੱਚ ਆਣੇ ਆ। ਔਰ ਬਾਕੀ ਸਾਰਿਆਂ ਦੇ ਵਿੱਚ ਦੇਖੋ ਆਪਸ਼ਨ ਦੇ ਵਿੱਚ ਉਹੀ ਆ ਨਾ, ਵਿਜ਼ੂਅਲ ਸਿੰਬਲ, ਵਰਬਲ, ਚਾਰੇ ਚੀਜ਼ਾਂ ਦਿੱਤੀਆਂ ਨਾ, ਬਟ ਆਰਡਰ ਇਜ਼ ਡਿਫਰੈਂਟ। ਆਰਡਰ ਵਰਬਲ ਸਿੰਬਲ, ਬੋਲਣ ਵਾਲੇ ਸਿੰਬਲ, ਠੀਕ ਹੈ, ਜਿਵੇਂ ਆਪਾਂ BK ਬੋਲਦੇ ਹਾਂ, BECAU ਐਸੀ, ਲਿਖਣ ਵੇਲੇ ਕੀ ਕਰਦੇ ਨੇ BCOZ ਬਸ, ਜਾਂ BCZ, ਇੰਨਾ ਕੀ। ਸੋ ਜੋ ਵਰਬਲ ਸਿੰਬਲ ਹੁੰਦੇ ਨੇ ਜਾਂ ਵਿਜ਼ੂਅਲ ਸਿੰਬਲ ਦੇਖ ਕੇ ਪਤਾ ਲੱਗਦੇ ਨੇ, ਦੇਖ ਕੇ ਪਤਾ ਲੱਗ ਜਾਂਦੇ ਨੇ। ਠੀਕ ਹੈ, ਸਟਿਲ ਪਿਕਚਰ ਆ ਜਾਂਦੀਆਂ ਉਦੋਂ ਬਾਅਦ, ਜਿਹੜੀਆਂ ਖੜੀਆਂ ਫਿਰ ਮੋਸ਼ਨ ਪਿਕਚਰ ਆਉਂਦੀਆਂ। ਇਸ ਤਰੀਕੇ ਦੇ ਨਾਲ ਡੇਲਸ ਕੋਨ ਆਫ ਐਕਸਪੀਰੀਅੰਸ ਆਪਾਂ ਨੂੰ ਦੱਸਦਾ ਹੈ। ਠੀਕ ਹੈ।